ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਬਾਬਾ ਜੀ ਕਰਤਾਰ ਸਿੰਘ ਬਾਰੇ ਜਾਣਨ ਦੀ ਕਾਫੀ ਜਿਗਿਆਸਾ ਸੀ ਤੇ ਅਸੀਂ ਕਾਫੀ ਜਾਣਕਾਰੀ ਇਕੱਠੀ ਕੀਤੀ ਹੈ। ਅਸੀਂ ਹਰਜਿੰਦਰ ਪ੍ਰੋਡਕਸ਼ਨ ਦੇ ਥਰੂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਉਮੀਦ ਹੈ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰੇਗੀ ਤੇ ਤੁਸੀਂ ਇਸ ਨੂੰ ਵੇਖ ਕੇ ਵੱਧ ਤੋਂ ਵੱਧ ਰਿਸਪੌਂਸ ਦਿਓ। ਗੁਰਮੀਤ ਸਿੰਘ ਬਰਾੜ ਚੰਦਨਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਦਰੀ ਤੁਰੇ ਬਗੇਚਾਂ ਵਿੱਚੋਂ ਭਾਰਤ ਯਾਦ ਕਰਾਵਣ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਦਰੀ ਯੋਧਾ ਭਾਈ ਕਰਤਾਰ ਸਿੰਘ ਬਰਾੜ ਚੰਦਨਵਾ। ਭਾਈ ਕਰਤਾਰ ਸਿੰਘ ਦਾ ਜਨਮ 1888 ਈਸਵੀ ਦੇ ਲਗਭਗ ਜ਼ਿਲ੍ਹਾ ਫਿਰੋਜ਼ਪੁਰ ਤੇ ਹੁਣ ਮੋਗਾ ਦੇ ਪਿੰਡ ਚੰਦਨਵਾ ਵਿੱਚ ਹੋਇਆ। ਆਪ ਦੇ ਪਿਤਾ ਜੀ ਦਾ ਨਾਮ ਸਰਦਾਰ ਸੁੰਦਰ ਸਿੰਘ ਬਰਾੜ, ਮਾਤਾ ਦਾ ਨਾਮ ਸਰਦਾਰਨੀ ਕਿਸ਼ਨ ਕੌਰ। ਆਪ ਦੇ ਦੋ ਛੋਟੇ ਭਾਈ ਬਾਗ ਸਿੰਘ ਤੇ ਭਾਗ ਸਿੰਘ ਸਨ। ਆਪ ਨੇ ਲੁਧਿਆਣਾ ਬੋਰਡ ਹਾਊਸ ਵਿੱਚ ਰਹਿ ਕੇ 8ਵੀਂ ਪਾਸ ਕੀਤੀ, ਪਰ ਆਪ ਦੀ ਅੱਗੇ ਪੜ੍ਹਨ ਦੀ ਰੁਚੀ ਨਹੀਂ ਸੀ। ਸਰੀਰਕ ਪੱਖੋਂ ਆਪ ਬਹੁਤੇ ਤਾਕਤਵਰ ਨਹੀਂ ਸਨ। ਪੜ੍ਹੇ ਲਿਖੇ ਹੋਣ ਕਾਰਨ ਘਰਦਿਆਂ ਨੇ ਇਹਨਾਂ ਤੋਂ ਕਦੀ ਕੰਮ ਵੀ ਨਹੀਂ ਸੀ ਕਰਵਾਇਆ। ਆਪ ਬਹੁਤ ਹੀ ਧਾਰਮਿਕ ਰੁਚੀਆਂ ਵਾਲੇ ਸੀ। ਸਕੂਲ ਵਿੱਚ ਪੜ੍ਹਦਿਆਂ ਹੀ ਖੰਡੇ ਬਾਟੇ ਦੀ ਪਾਹੂ ਲੈ ਲਈ ਸੀ। ਪਿੰਡ ਅਤੇ ਆਸ-ਪਾਸ ਦੇ ਲੋਕ ਆਪਣੇ ਨੌਜਵਾਨ ਪੁੱਤਰਾਂ ਨੂੰ ਕੈਨੇਡਾ, ਅਮਰੀਕਾ ਭੇਜਣ ਬਾਰੇ ਸਲਾਹਾਂ ਕਰਦੇ, ਪਰ ਉਹਨਾਂ ਵਿੱਚ ਅੰਗਰੇਜ਼ੀ ਬੋਲਣ ਵਾਲਾ ਕੋਈ ਨਹੀਂ ਸੀ। ਇਹਨਾਂ ਮੁੰਡਿਆਂ ਦੇ ਘਰਦਿਆਂ ਨੇ ਜ਼ੋਰ ਪਾਉਣ ਤੇ ਕਰਤਾਰ ਸਿੰਘ ਦੇ ਬਾਬਾ ਜੀ ਸ਼ਾਮ ਸਿੰਘ ਬਰਾੜ ਨੇ ਆਪ ਨੂੰ ਉਹਨਾਂ ਮੁੰਡਿਆਂ ਨਾਲ ਬਾਹਰ ਭੇਜਣ ਲਈ ਮੰਨ ਲਿਆ। ਪਰ ਕਰਤਾਰ ਸਿੰਘ ਦੇ ਬਾਪੂ ਜੀ ਇਹਨਾਂ ਨੂੰ ਬਾਹਰ ਭੇਜਣ ਲਈ ਰਾਜੀ ਨਹੀਂ ਸਨ। ਬਾਪ ਨੂੰ ਡਰ ਸੀ ਕਿ ਮੁੰਡਾ ਹਲਕੇ ਸਰੀਰ ਦਾ ਬਾਹਰ ਜਾ ਕੇ ਕੰਮ ਨਹੀਂ ਕਰ ਸਕੇਗਾ, ਪਰ ਬਾਬੇ ਪੋਤਰੇ ਦੀ ਮਰਜ਼ੀ ਅੱਗੇ ਬਾਪੂ ਦੀ ਇੱਕ ਨਾ ਚੱਲੀ। ਆਖਰ ਬਾਪ ਨੂੰ ਝੁਕਣਾ ਪਿਆ। ਘਰਦਿਆਂ ਨੇ ਆਪ ਦੀ ਬਾਹਰ ਜਾਣ ਦੀ ਤਿਆਰੀ ਕਰ ਦਿੱਤੀ। 5 ਮਈ 1907 ਵਾਲੇ ਦਿਨ ਭਾਈ ਕਰਤਾਰ ਸਿੰਘ ਤੇ ਉਹਦੇ ਸਾਥੀਆਂ ਨੇ ਮੋਗੇ ਤੋਂ ਗੱਡੀ ਚੜ੍ਹ ਕੇ ਲੁਧਿਆਣੇ ਪਹੁੰਚ ਗਏ। ਉਸੇ ਸ਼ਾਮ ਲੁਧਿਆਣੇ ਤੋਂ ਕਲਕੱਤੇ ਵਾਲੀ ਗੱਡੀ ਚੜ੍ਹ ਪਏ। ਕਲਕੱਤੇ ਤੋਂ ਜਹਾਜ਼ ਰਾਹੀਂ ਆਪ ਹਾਂਗਕਾਂਗ ਪੁੱਜ ਗਏ। ਉੱਥੇ ਇਹਨਾਂ ਨੂੰ 1 ਮਹੀਨਾ ਰੁਕਣਾ ਪਿਆ। ਹਾਂਗਕਾਂਗ ਦੇ ਵਿੱਚ 1000 ਤੋਂ ਉੱਪਰ ਗਿਣਤੀ ਦੇ ਪੰਜਾਬੀ ਕੈਨੇਡਾ, ਅਮਰੀਕਾ ਜਾਣ ਲਈ ਰੁਕੇ ਹੋਏ ਸਨ। ਹਾਂਗਕਾਂਗ ਦੇ ਵਿੱਚ ਆਪ ਨੂੰ ਪਤਾ ਲੱਗਾ ਕਿ ਸਨ ਫਰਾਂਸਿਸਕੋ ਅਮਰੀਕਾ ਦੇ ਮੁਕਾਬਲੇ ਵੈਨਕੂਵਰ ਕੈਨੇਡਾ ਜਾਣ ਵਾਲਿਆਂ ਦੀ ਡਾਕਟਰੀ ਕੁਝ ਨਰਮ ਹੈ। ਇਸ ਲਈ ਇਹਨਾਂ ਦੇ ਕਾਫਲੇ ਨੇ ਕੈਨੇਡਾ ਜਾਣਾ ਮੁਨਾਸਬ ਸਮਝਿਆ ਤੇ ਕੈਨੇਡਾ ਦੀ ਟਿਕਟ ਲੈ ਕੇ ਜੁਲਾਈ 1907 ਨੂੰ ਵੈਨਕੂਵਰ ਕੈਨੇਡਾ ਪਹੁੰਚ ਗਏ। ਇੱਥੇ ਆਪ ਨੇ ਲੱਕੜ ਦੀ ਆਰਾ ਮਿੱਲ ਵਿੱਚ ਮਜ਼ਦੂਰੀ ਕੀਤੀ। ਬਾਅਦ ਵਿੱਚ ਆਪ ਪੜ੍ਹੇ ਲਿਖੇ ਹੋਣ ਕਾਰਨ ਪ੍ਰਾਪਰਟੀ ਡੀਲਰ ਬਣ ਗਏ। ਕੈਨੇਡਾ ਰਹਿੰਦੇ ਬਾਬਾ ਜੀ ਕਰਤਾਰ ਸਿੰਘ ਨੇ ਹਿੰਦੁਸਤਾਨੀਆਂ ਦਾ ਨਿਰਾਦਰ ਵੇਖਿਆ ਤਾਂ ਆਪ ਨੂੰ ਗੁਲਾਮ ਹੋਣ ਦਾ ਅਹਿਸਾਸ ਹੋਇਆ। ਆਪ ਭਾਈ ਬਲਵੰਤ ਸਿੰਘ ਤੇ ਭਾਈ ਭਾਗ ਸਿੰਘ ਵਰਗੇ ਲੀਡਰਾਂ ਨਾਲ ਰਲ ਕੇ ਸਿਆਸੀ ਸਰਗਰਮੀਆਂ ਕਰਨ ਲੱਗ ਪਏ। ਵੈਨਕੂਵਰ ਗੁਰਦੁਆਰੇ 'ਚ ਬਰਤਾਨਵੀ ਸਰਕਾਰ ਵਿਰੁੱਧ ਗਰਮ ਤੇ ਜਜ਼ਬਾਤੀ ਤਕਰੀਰਾਂ ਆਪ ਜੀ ਕਰਿਆ ਕਰਦੇ ਸਨ। ਵੈਨਕੂਵਰ ਰਹਿੰਦਿਆਂ ਆਪ ਨੇ ਮਨਸਾ ਸਿੰਘ ਦੁਖੀ ਨਾਲ ਰਲ ਕੇ 1914 'ਚ ਦੁਸ਼ਮਣ ਦੀ ਖੋਜ ਨਾਂ ਦੀ ਕਿਤਾਬ ਵੀ ਲਿਖੀ। 350 ਸਫ਼ੇ ਦੀ ਇਹ ਕਿਤਾਬ ਜਸੂਸੀ ਕਲਾ ਬਾਰੇ ਹੈ। ਅਪ੍ਰੈਲ 1913 'ਚ ਗਦਰ ਪਾਰਟੀ ਬਣੀ ਤਾਂ ਆਪ ਉਸ ਦੇ ਮੈਂਬਰ ਬਣ ਗਏ। ਦੂਸਰੇ ਗਦਰੀ ਲੀਡਰਾਂ ਨਾਲ ਜਾ ਕੇ ਹਿੰਦੁਸਤਾਨੀਆਂ ਕੋਲੋਂ ਜਾ ਕੇ ਗਦਰ ਪਾਰਟੀ ਲਈ ਫੰਡ ਇਕੱਠਾ ਵੀ ਕੀਤਾ। ਵੈਨਕੂਵਰ ਗੁਰਦੁਆਰੇ 'ਚ ਕੀਤੇ ਜਾਂਦੇ ਭਾਸ਼ਣਾਂ 'ਚ ਆਪ ਅੰਗਰੇਜ਼ ਸਰਕਾਰ ਪ੍ਰਸਤ ਧੜੇ ਦੇ ਸਫਾਏ ਦੀਆਂ ਤਕਰੀਰਾਂ ਕਰਦੇ। ਕਾਮਾਗਾਟਾ ਮਾਰੂ ਦੇ ਸੰਘਰਸ਼ ਵਿੱਚ ਆਪ ਦੀ ਭੂਮਿਕਾ ਬੜੀ ਅਹਿਮ ਸੀ। ਜਹਾਜ਼ ਦੇ ਮੁਸਾਫਰਾਂ ਦੀ ਮਦਦ ਲਈ ਬਣਾਈ 15 ਮੈਂਬਰੀ ਸ਼ੋਰ ਕਮੇਟੀ ਦੇ ਵੀ ਆਪ ਮੈਂਬਰ ਸਨ। ਕਾਮਾਗਾਟਾ ਜਹਾਜ਼ ਦੇ ਮੁਸਾਫਰਾਂ ਨੂੰ ਕੈਨੇਡਾ 'ਚ ਉਤਰਨ ਨਾ ਦੇਣ ਦੇ ਮਾਮਲੇ 'ਚ ਬੋਲਦਿਆਂ ਬਾਬਾ ਜੀ ਕਰਤਾਰ ਸਿੰਘ ਨੇ ਆਖਿਆ ਕਿ ਜਹਾਜ਼ ਵਾਪਸ ਮੋੜਿਆ ਜਾਂਦਾ ਹੈ ਤਾਂ ਹਿੰਦੁਸਤਾਨੀਆਂ ਨੂੰ ਦੇਸ਼ ਜਾ ਕੇ ਗੋਰਿਆਂ ਨੂੰ ਦੇਸ਼ ਵਿੱਚੋਂ ਕੱਢਣਾ ਚਾਹੀਦਾ ਹੈ ਅਤੇ ਉਹਨਾਂ ਦੇ ਸਿਰ ਹਦਵਾਣਿਆਂ ਵਾਂਗ ਭੰਨਣੇ ਚਾਹੀਦੇ ਨੇ। 1914 ਵਿੱਚ ਸੰਸਾਰ ਯੁੱਧ ਸ਼ੁਰੂ ਦੇ ਗਦਰ ਪਾਰਟੀ ਨੇ ਦੇਸ਼ ਜਾ ਕੇ ਗਦਰ ਮਚਾਉਣ ਦਾ ਸੱਦਾ ਦਿੱਤਾ। ਗਦਰੀ ਆਪਣੀਆਂ ਨੌਕਰੀਆਂ ਛੱਡ ਕੇ ਆਪਣੀਆਂ ਜਾਇਦਾਦਾਂ ਤਿਆਗ ਕੇ ਜਹਾਜ਼ੀ ਚੜ੍ਹਨ ਲੱਗ ਪਏ। ਭਾਈ ਕਰਤਾਰ ਸਿੰਘ ਹਲੇ ਤਿਆਰੀ ਕਰ ਰਹੇ ਸਨ ਕਿ ਸਰਕਾਰੀ ਪਿੱਠੂਆਂ ਨੇ ਗੁਰਦੁਆਰੇ 'ਚ ਗੋਲੀ ਚਲਾ ਕੇ ਭਾਈ ਜੀ ਦੇ 2 ਸਾਥੀਆਂ ਦਾ ਕਤਲ ਕਰ ਦਿੱਤਾ। ਸਭ ਨੂੰ ਪਤਾ ਸੀ ਕਿ ਕਤਲ ਸਰਕਾਰੀ ਪਿੱਠੂਆਂ ਨੇ ਕੀਤਾ, ਪਰ ਪੁਲਿਸ ਨੇ ਭਾਈ ਕਰਤਾਰ ਸਿੰਘ ਦੇ ਕਈ ਸਾਥੀਆਂ ਨੂੰ ਬਿਨਾਂ ਵਜ੍ਹਾ ਹੀ ਗ੍ਰਿਫਤਾਰ ਕਰ ਲਿਆ। ਹਫ਼ਤੇਵਾਰ ਜ਼ਮਾਨਤ ਹੋ ਗਈ, ਪਰ ਕੇਸ ਅਜੇ ਵੀ ਚੱਲਦਾ ਸੀ। ਇਸੇ ਦੌਰਾਨ ਮੇਵਾ ਸਿੰਘ ਨੇ
21 ਅਕਤੂਬਰ 1914 ਨੂੰ ਇੱਕ ਸਰਕਾਰੀ ਪਿੱਠੂ ਦਾ ਕਤਲ ਕਰ ਦਿੱਤਾ। ਪੁਲਿਸ ਸਮਝਦੀ ਸੀ ਕਿ ਇਹ ਕੰਮ ਇਕੱਲੇ ਮੇਵਾ ਸਿੰਘ ਦਾ ਨਹੀਂ, ਸਗੋਂ ਉਸ ਕੋਲੋਂ ਇਨਕਲਾਬੀ ਧੜੇ ਨੇ ਕਰਵਾਇਆ। ਇਸ ਕਤਲ ਕੇਸ ਵਿੱਚ ਭਾਈ ਜੀ ਤੇ ਹੋਰ 4 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਮੁਕੱਦਮੇ ਦੌਰਾਨ ਮੇਵਾ ਸਿੰਘ ਨੇ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਭਾਈ ਕਰਤਾਰ ਸਿੰਘ ਤੇ ਉਹਨਾਂ ਦੇ ਸਾਥੀ 4 ਦਸੰਬਰ 1914 ਨੂੰ ਬਰੀ ਹੋ ਗਏ। ਬਰੀ ਹੋਣ ਤੋਂ ਬਾਅਦ ਜਲਦੀ ਹੀ ਆਪ ਨੇ ਦੇਸ਼ ਜਾਣ ਦੀ ਤਿਆਰੀ ਕਰ ਲਈ। ਵੈਨਕੂਵਰ ਤੋਂ ਆਪ ਦੇ ਨਾਲ ਭਾਈ ਬਤਨ ਸਿੰਘ ਕਰਾਹੀ, ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਉਹਨਾਂ ਦੇ ਪਰਿਵਾਰ ਚੱਲੇ। ਕੁਝ ਦਿਨ ਯੁਗਾਂਤਰ ਆਸ਼ਰਮ ਵਿੱਚ ਗੁਜ਼ਾਰਨ ਤੋਂ ਬਾਅਦ ਇਹਨਾਂ ਨੇ ਸਨ ਫਰਾਂਸਿਸਕੋ ਤੋਂ ਨਿਪਨ ਮਾਰੂ ਦੇ ਜਹਾਜ਼ ਚੜ੍ਹ ਕੇ 23 ਜਨਵਰੀ 1915 ਨੂੰ ਸ਼ੰਘਾਈ, ਚੀਨ ਪਹੁੰਚ ਗਏ। ਭਾਈ ਬਲਵੰਤ ਸਿੰਘ ਉੱਥੇ ਰੁਕ ਗਏ ਕਿਉਂਕਿ ਉਹਨਾਂ ਨੇ ਦੂਰ ਪੂਰਬ ਵਿੱਚ ਰਹਿ ਗਏ ਹਿੰਦੁਸਤਾਨੀਆਂ ਨੂੰ ਜਥੇਬੰਦ ਕਰਨਾ ਸੀ। ਭਾਈ ਕਰਤਾਰ ਸਿੰਘ ਅਤੇ ਬਤਨ ਸਿੰਘ ਕਰਾਹੀ ਭਾਈ ਬਲਵੰਤ ਸਿੰਘ ਦੇ ਟੱਬਰ ਨੂੰ ਲੈ ਕੇ ਹਿੰਦੁਸਤਾਨ ਨੂੰ ਚੱਲ ਪਏ। 14 ਮਾਰਚ ਨੂੰ ਆਪ ਕੋਲੰਬੋ, ਜੋ ਹੁਣ ਸ਼੍ਰੀਲੰਕਾ ਵਿੱਚ ਹੈ, ਉੱਥੇ ਪਹੁੰਚੇ। 25 ਮਾਰਚ ਨੂੰ ਲੁਧਿਆਣਾ ਪੁੱਜਣ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਸੈਂਬਲਪੁਰ ਉੜੀਸਾ ਜੇਲ੍ਹ 'ਚ ਭੇਜ ਦਿੱਤਾ ਗਿਆ। ਫਿਰ ਭਾਈ ਕਰਤਾਰ ਸਿੰਘ ਨੂੰ ਲਾਹੌਰ ਲਿਜਾ ਕੇ ਸਰਕਾਰ ਦੇ ਵਿਰੁੱਧ ਸਾਜ਼ਿਸ਼ਾਂ ਕਰਨ ਵਾਲੇ ਕੇਸ ਵਿੱਚ ਇਹਨਾਂ ਦਾ ਨਾਂ ਸ਼ਾਮਲ ਕਰ ਲਿਆ। ਇਹ ਮੁਕੱਦਮਾ ਲਾਹੌਰ ਸੈਂਟਰਲ ਜੇਲ੍ਹ ਵਿੱਚ 8 ਨਵੰਬਰ 1916 ਤੋਂ 5 ਜਨਵਰੀ 1917 ਤੱਕ ਚੱਲਿਆ। ਇਸ ਮੁਕੱਦਮੇ ਵਿੱਚ ਆਪ ਦੇ ਨਾਲ ਭਾਈ ਬਲਵੰਤ ਸਿੰਘ ਖੁਰਦਪੁਰ, ਬਤਨ ਸਿੰਘ ਕਰਾਹੀ, ਹਰੀ ਸਿੰਘ ਚੋਟੀਆਂ ਤੇ ਮਨਸਾ ਸਿੰਘ ਦੁਖੀ ਵਰਗੇ 8 ਹੋਰ ਗਦਰੀ ਸ਼ਾਮਲ ਸਨ। ਇੱਥੋਂ ਆਪ ਅਤੇ ਸਾਥੀਆਂ ਨੂੰ ਭਾਰਤੀ ਕਾਨੂੰਨ ਧਾਰਾ 121 ਅਤੇ 121A ਤਹਿਤ ਫਾਂਸੀ ਤੇ ਘਰ ਘੱਟ ਜ਼ਬਤ ਕਰਨ ਦੀ ਸਜ਼ਾ ਸੁਣਾਈ ਗਈ। ਬਾਅਦ ਵਿੱਚ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ। ਪਹਿਲਾਂ ਪੰਜਾਬ ਤੇ ਫਿਰ ਜਨਵਰੀ 1918 ਤੋਂ ਆਪ ਨੂੰ ਬਿਹਾਰ ਦੀ ਹਜ਼ਾਰੀ ਬਾਗ ਜੇਲ੍ਹ 'ਚ ਤਬਦੀਲ ਕਰ ਦਿੱਤਾ। ਮਾਰਚ 1920 ਵਿੱਚ ਸ਼ਾਹੀ ਫਰਮਾਨ ਹੇਠ ਬਹੁਤ ਸਾਰੇ ਕੈਦੀਆਂ ਨੂੰ ਰਿਹਾ ਕੀਤਾ ਗਿਆ, ਪਰ ਆਪ ਦੀ ਰਿਹਾਈ ਨਾ ਹੋ ਸਕੀ ਕਿਉਂਕਿ ਜਿਨ੍ਹਾਂ ਗਦਰੀਆਂ ਦੀ ਫਾਂਸੀ ਟੁੱਟ ਕੇ ਉਮਰ ਕੈਦ ਹੋਈ ਸੀ, ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਅਕਤੂਬਰ 1921 ਦੇ ਵਿੱਚ ਆਪ ਨੂੰ ਹਜ਼ਾਰੀ ਬਾਗ ਜੇਲ੍ਹ ਝਾਰਖੰਡ ਤੋਂ ਬਦਲ ਕੇ ਮਦਰਾਸ ਦੀ ਰਾਜਮੁੰਦਰੀ ਜੇਲ੍ਹ 'ਚ ਭੇਜਿਆ ਗਿਆ। ਭਾਈ ਰਣਧੀਰ ਸਿੰਘ ਵੀ ਆਪ ਦੇ ਨਾਲ ਸਨ। ਰਾਜਮੁੰਦਰੀ ਜੇਲ੍ਹ 'ਚ ਭਾਈ ਕਰਤਾਰ ਸਿੰਘ ਨੂੰ ਬਹੁਤ ਵਾਰ ਮੋਰਚੇ ਲਾਉਣੇ ਪਏ। ਜੇਲ੍ਹ ਪਹੁੰਚਦਿਆਂ ਹੀ ਆਪ ਨੂੰ ਪੰਜਾਬੀ ਖਾਣੇ ਲਈ ਮੋਰਚਾ ਲਾਉਣਾ ਪਿਆ। ਜੇਲ੍ਹ ਵਾਲੇ ਆਪ ਨੂੰ ਮਦਰਾਸੀ ਖਾਣਾ ਦੇਣਾ ਚਾਹੁੰਦੇ ਸੀ। ਆਪ ਅਤੇ ਆਪ ਦੇ ਸਾਥੀਆਂ ਨੇ ਭੁੱਖ ਹੜਤਾਲ ਕਰ ਦਿੱਤੀ। ਜੇਲ੍ਹ ਵਾਲਿਆਂ ਦੇ ਪੰਜਾਬੀ ਖਾਣਾ ਦੇਣ ਤੇ ਹੀ ਇਹਨਾਂ ਸਾਰਿਆਂ ਨੇ ਭੁੱਖ ਹੜਤਾਲ ਤੋੜੀ। ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਥੇਦਾਰ ਤੇਜਾ ਸਿੰਘ ਚੂੜਕਾਣਾ ਤੇ ਭਾਈ ਅਮਰ ਸਿੰਘ ਨੇ ਰਾਜਮੁੰਦਰੀ ਜੇਲ੍ਹ ਵਿੱਚ ਆਪ ਅਤੇ ਆਪ ਦੇ ਸਾਥੀਆਂ ਨਾਲ ਮੁਲਾਕਾਤ ਕੀਤੀ। ਜਥੇਦਾਰ ਦੇ ਕਹਿਣ ਤੇ ਜੇਲ੍ਹ ਵੱਲੋਂ ਗਦਰੀਆਂ ਨੂੰ ਕਈ ਰਿਆਇਤਾਂ ਦਿੱਤੀਆਂ। ਉਸ ਜੇਲ੍ਹ ਵਿੱਚ ਭਾਈ ਕਰਤਾਰ ਸਿੰਘ 13 ਮਹੀਨੇ ਰਹੇ। 1922 ਦੇ ਵਿੱਚ ਭਾਈ ਕਰਤਾਰ ਸਿੰਘ ਅਤੇ ਸਾਥੀਆਂ ਨੂੰ ਜੇਲ੍ਹ ਬਦਲੀ ਕਰਕੇ ਨਾਗਪੁਰ ਭੇਜ ਦਿੱਤਾ ਗਿਆ। ਨਾਗਪੁਰ ਜੇਲ੍ਹ ਦਾ ਸੁਪਰੀਡੈਂਟ ਬੜਾ ਬਦਦਿਮਾਗ ਬੰਦਾ ਸੀ। ਉਹ ਕੈਦੀਆਂ ਨੂੰ ਜਲੀਲ ਕਰਕੇ ਬੜਾ ਖੁਸ਼ ਹੁੰਦਾ ਸੀ। ਉਹਨੇ ਹੁਕਮ ਦਿੱਤਾ ਕਿ ਉਹਦੇ ਆਉਣ ਤੇ ਭਾਈ ਕਰਤਾਰ ਸਿੰਘ ਅਤੇ ਸਾਥੀ ਹੱਥ ਅੱਡ ਕੇ ਖੜਿਆ ਕਰਨ। ਜਦੋਂ ਭਾਈ ਕਰਤਾਰ ਸਿੰਘ ਨੇ ਪੁੱਛਿਆ ਕਿ ਇਹ ਜੇਲ੍ਹ ਦੇ ਮੈਨੂਅਲ ਵਿੱਚ ਲਿਖਿਆ ਹੈ, ਤਾਂ ਸੁਪਰੀਡੈਂਟ ਅੱਗ ਭੰਬੂਕਾ ਹੋ ਕੇ ਬੋਲਿਆ ਕਿ ਮਹਾਤਮਾ ਦੇ ਚੇਲੇ ਤੇ ਜਿੰਨੇ ਕਾਂਗਰਸੀ ਲੀਡਰ ਜੇਲ੍ਹ 'ਚ ਆਉਂਦੇ ਨੇ, ਮੇਰੇ ਅੱਗੇ ਹੱਥ ਅੱਡ ਕੇ ਖੜਦੇ ਨੇ। ਭਾਈ ਕਰਤਾਰ ਸਿੰਘ ਨੇ ਕਿਹਾ ਕਿ ਸਾਨੂੰ ਉਹਨਾਂ ਦੀ ਨਕਲ ਕਰਨ ਦੀ ਕੋਈ ਲੋੜ ਨਹੀਂ, ਨਾ ਅਸੀਂ ਮਹਾਤਮਾ ਦੇ ਚੇਲੇ ਹਾਂ ਤੇ ਨਾ ਬਣਾਂਗੇ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਅਣਖੀ ਸਿੰਘ ਹਾਂ। ਅਸੀਂ ਕਿਸੇ ਇਨਸਾਨ ਅੱਗੇ ਇਸ ਤਰ੍ਹਾਂ ਹੱਥ ਅੱਡ ਕੇ ਖੜਨ ਨੂੰ ਘੋਰ ਕੁਫਰ ਮੰਨਦੇ ਹਾਂ। ਜੇਲ੍ਹ ਸੁਪਰੀਡੈਂਟ ਨੇ ਸਖਤੀ ਕਰਨੀ ਚਾਹੀ ਤਾਂ ਸਿੰਘ ਭੁੱਖ ਹੜਤਾਲ ਤੇ ਬਹਿ ਗਏ। ਗੱਲ ਜ਼ਿਆਦਾ ਵੱਧਦੀ ਵੇਖ ਜੇਲ੍ਹ ਸੁਪਰੀਡੈਂਟ ਨੇ ਆਪਣੀ ਜਿੱਦ ਛੱਡ ਦਿੱਤੀ। ਜੇਲ੍ਹ ਸੁਪਰੀਡੈਂਟ ਨੇ ਤੰਗ ਕਰਨ ਲਈ ਸਿੰਘਾਂ ਦੀਆਂ ਧਾਰਮਿਕ ਕਿਤਾਬਾਂ ਜ਼ਬਤ ਕਰ ਲਈਆਂ। ਭਾਈ ਕਰਤਾਰ ਸਿੰਘ ਨੇ ਉੱਪਰ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ ਤਾਂ ਕਹਿੰਦਾ ਕਿਤਾਬਾਂ ਤਾਂ ਸਾੜ ਦਿੱਤੀਆਂ। ਫਿਰ ਭਾਈ ਕਰਤਾਰ ਸਿੰਘ ਨੇ ਮੁਕੱਦਮਾ ਕਰਨ ਦੀ ਧਮਕੀ ਦਿੱਤੀ ਤਾਂ ਉਸਨੇ ਕਿਤਾਬਾਂ ਹਾਜ਼ਰ ਕਰ ਦਿੱਤੀਆਂ, ਪਰ ਪੜ੍ਹਨ ਲਈ ਨਹੀਂ ਦਿੱਤੀਆਂ ਤੇ ਕਿਹਾ ਕਿ ਰਿਹਾਈ ਜਾਂ ਜੇਲ੍ਹ ਬਦਲੀ ਵੇਲੇ ਦਿੱਤੀਆਂ ਜਾਣਗੀਆਂ। ਥੋੜ੍ਹੀ ਦੇਰ ਬਾਅਦ ਜੇਲਰ ਦੀ ਬਦਲੀ ਹੋ ਗਈ। ਨਵਾਂ ਜੇਲਰ ਗੋਰਾ ਸੀ। ਉਹਨੇ ਆਉਂਦਿਆਂ ਹੀ ਨਵੇਂ ਹੁਕਮ ਚਾੜਨੇ ਸ਼ੁਰੂ ਕਰ ਦਿੱਤੇ। ਉਹਨੇ ਹੁਕਮ ਦਿੱਤਾ ਕਿ ਕਛਹਿਰੇ ਜੇਲ੍ਹ ਵਿੱਚੋਂ ਸੀਤੇ ਸਿਲਾਏ ਮਿਲਣਗੇ। ਜੋ ਕਛਹਿਰੇ ਨਹੀਂ ਨਿੱਕਰਾਂ ਸਨ, ਭਾਈ ਕਰਤਾਰ ਸਿੰਘ ਤੇ ਸਾਥੀਆਂ ਨੇ ਪਹਿਨਣੋਂ ਇਨਕਾਰ ਕਰ ਦਿੱਤਾ। ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਖਾਲਸਾਈ ਕਛਹਿਰੇ ਕਾਫੀ ਮੌਜੂਦ ਸਨ।
ਭਾਈ ਸਾਹਿਬ ਅਤੇ ਸਾਥੀਆਂ ਵੱਲੋਂ ਫਿਰ ਮੋਰਚਾ ਲਾ ਦਿੱਤਾ। ਆਖਰ ਜੇਲਰ ਨੂੰ ਜਿੱਦ ਛੱਡ ਕੇ ਖਾਲਸਾਈ ਕਛਹਿਰੇ ਮੁਹੱਈਆ ਕਰਾਉਣੇ ਪਏ। ਭਾਈ ਕਰਤਾਰ ਸਿੰਘ ਨੇ ਲਗਭਗ 9.5 ਸਾਲ ਨਾਗਪੁਰ ਜੇਲ੍ਹ 'ਚ ਕੱਟੇ। ਜੂਨ 1930 'ਚ ਆਪ ਨੂੰ ਸੈਂਟਰਲ ਜੇਲ੍ਹ ਲਾਹੌਰ ਭੇਜ ਦਿੱਤਾ ਗਿਆ। ਸ਼ਹੀਦ ਭਗਤ ਸਿੰਘ ਇਹਨਾਂ ਦਿਨਾਂ 'ਚ ਇਸੇ ਜੇਲ੍ਹ ਵਿੱਚ ਬੰਦ ਸਨ। ਲਾਹੌਰ ਤੋਂ ਬਾਅਦ ਆਪ ਥੋੜ੍ਹੀ ਦੇਰ ਸੈਂਟਰਲ ਜੇਲ੍ਹ ਮਿੰਟ ਗੁਮਰੀ 'ਚ ਰਹੇ। 1932 ਨੂੰ ਆਪ ਨੂੰ ਬੂੜਵਾਲ ਦੇ ਕੈਦੀ ਸੁਧਾਰ ਫਾਰਮ ਤੇ ਭੇਜ ਦਿੱਤਾ ਗਿਆ। 20 ਸਾਲ ਕੈਦ ਕੱਟਣ ਤੋਂ ਬਾਅਦ ਆਪ 1934 'ਚ ਰਿਹਾ ਹੋਏ। ਜੇਲ੍ਹੋਂ ਬਾਹਰ ਆ ਕੇ ਭਾਈ ਕਰਤਾਰ ਸਿੰਘ ਨੇ ਪੁਰਾਣੀਆਂ ਹੱਥ ਲਿਖਤ ਵੀੜਾਂ ਦੀ ਖੋਜ ਕੀਤੀ। ਆਪ ਨੇ ਅੰਮ੍ਰਿਤ ਕੀ ਹੈ ਤੇ ਉਮਰ ਕੈਦੀ ਦਾ ਸੁਪਨਾ ਨਾਂ ਦੀਆਂ ਕਿਤਾਬਾਂ ਲਿਖੀਆਂ। ਕੈਨੇਡਾ ਅਮਰੀਕਾ ਆਏ ਹਿੰਦੁਸਤਾਨੀਆਂ ਦੇ ਇਤਿਹਾਸ ਬਾਰੇ ਨਵੀਂ ਦੁਨੀਆ ਨਾਂ ਦੀ ਕਿਤਾਬ ਲਿਖੀ। ਭਾਈ ਕਰਤਾਰ ਸਿੰਘ ਬੜੀਆਂ ਧਾਰਮਿਕ ਰੁਚੀਆਂ ਵਾਲੇ ਇਨਸਾਨ ਸਨ। ਆਪ ਗੁਰਬਾਣੀ ਦੀ ਖੋਜ ਕਰਕੇ ਕਿਤਾਬਾਂ ਲਿਖਣ ਲਈ ਸਮੱਗਰੀ ਇਕੱਠੀ ਕਰ ਰਹੇ ਸਨ ਕਿ ਨਮੂਨੀਆ ਹੋਣ ਕਾਰਨ 4 ਅਪ੍ਰੈਲ 1944 ਨੂੰ ਆਪ ਦਾ ਦੇਹਾਂਤ ਹੋ ਗਿਆ। ਇਹ ਲੇਖ ਕੈਨੇਡਾ ਦੇ ਗਦਰੀ ਯੋਧੇ ਕਿਤਾਬ ਲੇਖਕ ਸੋਹਣ ਸਿੰਘ ਪੂਨੀ ਵਿੱਚੋਂ ਲਈ ਗਈ ਸਮੱਗਰੀ ਅਤੇ ਮਿਹਰ ਸਿੰਘ ਪੁੱਤਰ ਪਾਲਾ ਸਿੰਘ ਤੋਂ ਲਈ ਜਾਣਕਾਰੀ ਤੇ ਆਧਾਰਿਤ ਹੈ, ਜੋ ਭਾਈ ਕਰਤਾਰ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਹਨ। ਮੇਰੀ ਤੁੱਛ ਬੁੱਧੀ ਮੁਤਾਬਕ ਗਦਰੀ ਯੋਧਾ ਭਾਈ ਕਰਤਾਰ ਸਿੰਘ ਸਾਡੇ ਪਿੰਡ ਵੱਲੋਂ ਅਣਗੌਲੇ ਰਹਿ ਗਏ। ਭਾਵੇਂ ਹੁਣ ਪਿੰਡ ਵਿੱਚ ਬਣੇ ਪਾਰਕ ਦਾ ਨਾਂ ਉਹਨਾਂ ਨੂੰ ਸਮਰਪਿਤ ਹੈ, ਪਰ ਕਿਉਂ ਨਾ ਅਸੀਂ NRI ਵੀਰ ਅਤੇ ਪਿੰਡ ਵਾਲੇ ਮਿਲ ਕੇ ਉਹਨਾਂ ਦੀ ਅਤੇ ਜੈਤੋ ਦੇ ਮੋਰਚੇ ਵਿੱਚ ਜਾਣ ਵਾਲਿਆਂ ਦੀ ਵਧੀਆ ਯਾਦਗਾਰ ਬਣਾਈਏ, ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਨਾਂ ਨੂੰ ਯਾਦ ਰੱਖ ਸਕਣ। ਆਪਣੇ ਕੀਮਤੀ ਸੁਝਾਅ ਜ਼ਰੂਰ ਭੇਜਣਾ ਸੀ। ਗੁਰਮੀਤ ਸਿੰਘ ਬਰਾੜ, ਚੰਦ ਨਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਦਰੀ ਤੁਰੇ ਬਗੇਚਾਂ ਵਿੱਚੋਂ ਭਾਰਤ ਯਾਦ ਕਰਾਵਣ